ਸਿਆਣੇ ਅੱਗੇ ਸਾਡੇ ਇਲਾਕੇ ਚ ਅਗਲੇ ਜ਼ਿਲ੍ਹੇ ਮੱਝ ਹਰੀ ਹੋ ਜਾਂਦੀ ਹੈ ਨਾ ਤੇ 11 ਕਿਲੋ ਗੁੜ ਖਵਾਉਣਾ। ਅੱਛਾ, ਚੀਨੀ ਨਿੰਬੂ ਘਿਓ ਕਿਸ ਤਰ੍ਹਾਂ ਦੇਣਾ ਤੇ ਕਿੰਨਾ ਦੇਣਾ? ਮਤਲਬ ਉਹ 2 ਕਿਲੋ ਨਿੰਬੂ ਹੋਵੇ, 2 ਕਿਲੋ ਚੀਨੀ ਹੋਵੇ, ਉਹ ਦਿਓ ਮੈਂ ਨੂੰ। ਜਦੋਂ ਮੈਂ ਜਿਹੜੀ ਸਖਤ ਹੋ ਸੀ ਉਹ ਵੀ ਪੋਲੀ ਹੋ ਜਾਸੀ ਸੂਣ ਤੋਂ ਪਹਿਲੇ। ਕਿਸ ਤਰ੍ਹਾਂ 2 ਕਿਲੋ ਦਹੀਂ ਹੋਵੇ ਤੇ 2 ਕਿਲੋ 3 ਸਾਲਾਂ ਜਾਂ 2 ਸਾਲਾਂ ਗੁੜ ਹੋਵੇ। ਅੱਛਾ, ਪਾ ਗੁੜ ਦਾ ਹੋਵੇ, ਪਾ ਦਹੀਂ ਦਾ ਹੋਵੇ ਤੇ ਪਾ ਦੁੱਧ ਦਾ ਹੋਵੇ। ਉਹਨੂੰ ਗਰਮ ਕਰਕੇ ਕਾੜਾ ਬਣਾ ਤੇ ਦੋ ਗਾਂ ਦੇ ਦਿਓ। ਜੇ ਮੈਂ ਹੈ ਤਾਂ ਗਾਂ ਦੇ ਦੁੱਧ ਦੇ ਦਿਓ। ਉਹ ਦੋ ਕਿਲੋ ਮੈਂ ਅੰਦਰੋਂ ਇਹੀ ਹੋ ਜਾਸੇ ਵੀ ਜਿਵੇਂ ਮਤਲਬ ਭਾਂਡਾ ਪੂਰੀ ਨਹੀਂ ਕੁੱਟਦੀ ਇਵੇਂ ਅੰਦਰ ਸਾਫ਼ ਹੋ। 21 ਤੋਂ ਬਾਅਦ ਸੌਣ ਤੋਂ 21 ਤੋਂ ਬਾਅਦ ਹੁਣ ਜਾਨਵਰ ਜਿਹੜਾ ਵੇ ਸੂਪ ਹੈ ਉਹਨੂੰ ਕਿਹੜੀ ਚੀਜ਼ ਦੇਣੀ ਚਾਹੀਦੀ ਹੈ? ਕੋਈ ਡੰਗਰ ਸਾਇਨ ਵੀ ਉਹ ਸੂਪ ਹੈ ਨਾ। ਪਹਿਲੇ ਉਹਨੂੰ ਮੈਂ ਮੱਝ ਹੈ ਤੇ ਉਹਨੂੰ 2 ਦਿਨ ਦਾ ਜਦੀ ਜ਼ੋਰ ਅਗਰ ਡੰਗਰ ਨਾ ਸੁੱਟੇ ਤਾਂ ਕੀ ਕਰੀਏ? ਜਿਹੜਾ ਉਹਦਾ ਪਹਿਲਾ ਦੁੱਧ ਹੈ ਉਹ ਉਹਨੂੰ ਗਰਮ ਕਰਤੇ ਨਾ। ਮੱਝ ਗੱਭਣ ਸੀ ਨਾ, ਉਹ ਜਿਹੜੇ ਬਸ ਸੀ ਨਾ ਉਹ ਸਾਹ ਲੰਮਾ ਲੱਸੀ ਸਾਹ ਲੈ ਕੇ ਦੱਸਿਆ ਭਲਾ। ਚਾਚੂ ਜੀ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਸਦੀਕ। ਤੇ ਆਪਣਾ ਇਲਾਕਾ ਕਿਹੜਾ ਤੁਹਾਡਾ? ਜ਼ਿਲ੍ਹਾ ਉਕਾੜਾ। ਤੇ ਹੁਣ ਤੁਸੀਂ ਕਿੱਥੇ ਕੰਮ ਕਰ ਰਹੇ ਹੋ? ਮੈਂ ਚੌਧਰੀ ਮੁਨੱਵਰ ਕਾਲਾ ਹਰਾਮਾ ਸਿਆਲਕੋਟ। ਹਾਂਜੀ। ਕਿੰਨੀ ਦੇਰ ਹੋ ਗਈ ਜੀ ਇਸ ਡੇਰੇ ਤੇ ਕੰਮ ਕਰਦੇ? ਮੈਨੂੰ ਹੋ ਗਏ ਨਾ 30-32 ਸਾਲ। ਤੇ 30-32 ਸਾਲ ਐਸੇ ਡੇਰੇ ਤੇ ਗੁਜ਼ਾਰੇ? ਐਸੇ ਤੇ ਮਾਸ਼ਾਅੱਲਾ। ਕਿੰਨੀਆਂ ਮੱਝਾਂ ਨੇ ਤੁਹਾਡੇ ਕੋਲ ਇਸ ਟਾਈਮ? ਸਾਡੇ ਕੋਲ ਜੀ 7 ਵੱਡੀਆਂ ਤੇ 3 ਨਿੱਕੇ, 10 ਡੰਗਰ 9 ਡੰਗਰ। 9 ਡੰਗਰ ਹੋ ਗਏ ਤੇ 10 ਨਾ ਬਣੇ? 10 ਬਣ ਗਏ। ਅੱਛਾ, ਇਸ ਤੋਂ ਇਲਾਵਾ ਡੰਗਰ ਵੱਧ ਘੱਟ ਵੀ ਹੁੰਦੇ ਰਹਿੰਦੇ ਨੇ ਤੁਹਾਡੇ ਕੋਲ? ਨਹੀਂ, ਅੱਗੇ ਬਹੁਤ ਬੜੇ ਆ ਕਿ 200-250 ਮੱਝ ਆਈ। ਅੱਛਾ, ਉਹ ਸਾਰੇ ਵੇਚ ਛੱਡੇ, ਬਸ ਸਿਰ ਵੀਡੀਓ ਰੱਖੇ। ਤਾਂ ਕਿਉਂ 250 ਮੱਝ ਕਿਉਂ ਵੇਚ ਰਹੀ? ਉਹ ਮਰ ਬੰਦੇ ਜੋ ਨਹੀਂ ਇੱਥੇ ਨਾਲ ਟਿਕ ਰਿਹਾ। ਅੱਛਾ, ਜਲਾਦਾ ਉਹਦੀ ਫਲਕ ਸ਼ਹਿਰ ਮਾਰ ਗਿਆ, ਪਿੱਛੋਂ ਮੁੜ ਖਿਆਲ ਹੋ ਜਾਵੇ। ਸਹੀ ਹੈ, ਯਾਨੀ ਕਿ ਤੁਸੀਂ ਸਮਝਦੇ ਹੋ ਕਿ ਜਿਹੜਾ ਲੇਬਰ ਦਾ ਮਸਲਾ ਹੈ ਉਹ ਬੜਾ ਅਹਿਮ ਹੈ। ਲੇਬਰ ਦੀ ਵਜ੍ਹਾ ਤੋਂ ਡੰਗਰ ਵੇਚਣੇ ਪਏ। ਹਾਂਜੀ। ਤੇ ਹੁਣ ਕਿਸ ਤਰ੍ਹਾਂ ਸੇਵਾ ਕਰਦੇ ਪਏ ਨਾ ਡੰਗਰਾਂ ਦੀ? ਸੇਵਾ ਚੂੜੀ ਪਾਈ, ਕਰਾ ਪਾਇਆ, ਵੰਡਾ ਪਾਇਆ, ਕੌੜੀ ਖਾਲ, ਬੜੇਵੇਂ ਖਾਲ। ਠੀਕ ਹੈ। ਚੌਕਰ ਚੂੜੀ ਪਾਈ, ਉਹਨੂੰ ਵਿਆਹ ਵੇਚ, ਉੱਤੇ ਚੌਕਰ ਮਾਰਾ, ਉੱਤੇ ਵੰਡਾ ਛੰਡਾ ਸੱਟਾ ਵੇਚ, ਹੱਥ ਮਾਰਾ ਡੰਗਰਾਂ ਨੂੰ ਉੱਤੇ ਬੰਦਾ। ਕਿੰਨਾ ਪਾਉਂਦੇ ਪਏ ਸਾਰਾ ਕੁਛ? ਇਹ ਬਾਲਟੀ ਹੈ ਸਾਡੀ 8 ਕਿਲੋਆਂ ਦੀ। ਇਹ ਵਾਲੀ ਬਾਲਟੀ? ਇਹ ਬਾਲਟੀ ਇਹ ਸਮਝੋ ਕੜਾ ਵੀ, ਕੌੜੀ ਖਾਲ ਤੇ ਚੌਕਰ ਆਏ ਵਡੇਵੇਂ ਵਾਲੀ। ਇਹ ਬਾਲਟੀ ਇਹ ਹੁੰਦੀ ਤੇ ਬਾਲਟੀ ਇੱਕ ਚੌਕਰ ਦੀ ਹੁੰਦੀ। ਅੱਛਾ, ਯਾਨੀ ਇੱਕ ਬਾਲਟੀ ਹੈ ਸਾਰੇ ਡੰਗਰਾਂ ਨੂੰ? ਹਾਂਜੀ, ਡੇਲੀ ਬੇਸ ਤੇ। ਇਹਦੇ ਨਾਲ ਇਹਦਾ ਕੀ ਫਾਇਦਾ? ਇਹਦਾ ਫਾਇਦਾ ਇਹ ਹੁੰਦਾ ਵੀ ਜਿਹੜੇ ਹੁਣ ਗਰਮੀ ਹੈ ਨਾ, ਕੌੜੀ ਖਾਲ ਡੰਗਰ ਠੰਡਾ ਰੱਖਦੇ। ਅੱਛਾ। ਜਿਹੜੀ ਹੈ ਵਡੇਵੇਂ ਤੇ ਕੜਾ, ਉਹ ਜਿਹੜਾ ਡੰਗਰ ਦੁੱਧ ਦਿੰਦਾ ਹੈ ਨਾ, ਉਹ ਉਹਨੂੰ ਕਮਜ਼ੋਰ ਨਹੀਂ ਹੋਣ ਦਿੰਦਾ। ਜਦੋਂ 250 ਮੱਝ ਸੀ ਉਦੋਂ ਵੀ ਤੁਸੀਂ ਇੱਥੇ ਹੋ? ਉਦੋਂ ਵੀ ਇੱਥੇ ਆ ਸਾਰੀਆਂ ਤੋੜ ਖੋਲੀਓ ਤਾਂ ਪੱਦ ਆ ਦੋਵੇਂ ਖੋਲੀਆਂ ਬੜੀਆਂ ਹੁੰਦੀਆਂ ਆ ਡੰਗਰਾਂ ਤੋੜ ਇੰਚਾਰਜ ਫਿਰੇ ਹੁੰਦਾ। ਠੀਕ ਹੈ। ਅੱਛਾ, ਇਹ ਦੱਸੋ ਕਿ ਵੰਡਾ ਤਾਂ ਤੁਹਾਨੂੰ ਦੱਸ ਰਿਹਾ ਕਿ ਇਹ ਚੀਜ਼ ਹੋਣੀ ਚਾਹੀਦੀ ਹੈ। ਹਾਂਜੀ। ਇੱਕ ਮੱਝ ਲਈ ਕਿੰਨੀ ਕੁ ਮਿਕਦਾਰ ਹੋਏ? ਇੱਕ ਮੱਝ ਉਹਦਾ ਮੁੜ ਭਾਵੇਂ ਜਿੰਨੀ ਪਾਈ ਜਾਓ। ਨਹੀਂ, ਘੱਟ ਤੋਂ ਘੱਟ, ਜ਼ਿਆਦਾ ਤੋਂ ਜ਼ਿਆਦਾ ਨਾ ਗਣੀ ਨਾ ਹੋਵੇ ਤੇ 2 ਕਿਲੋ ਤੇ ਇੱਕ ਟਾਈਮ ਦੀ ਮੱਝ ਨੂੰ ਪੈਣੀ ਚਾਹੀਦੀ। ਦੋਵਾਂ ਟਾਈਮਾਂ ਦੀ 4 ਕਿਲੋ ਹੋ ਗਿਆ? 4 ਕਿਲੋ ਹੋ ਗਏ। ਠੀਕ ਹੈ, ਸਹੀ ਹੋ ਗਿਆ। ਅੱਛਾ, ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਮੱਝਾਂ ਜਿਹੜੀਆਂ ਨੇ ਉਹਨਾਂ ਨੇ ਵੱਧ ਤੋਂ ਵੱਧ ਮੱਝ ਨੇ ਕਿੰਨਾ ਕੁ ਦੁੱਧ ਦਿੱਤਾ ਹੋਏ? ਸਾਡੇ ਕੋਲ ਇੱਥੇ ਜਿਹੜੀ ਵੱਧ ਤੋਂ ਵੱਧ ਮੱਝ ਹੈ ਨਾ 10 ਕਿਲੋ ਤੱਕ ਵੀ ਗਈ। 10 ਕਿਲੋ ਤੱਕ ਉੱਤੇ ਨਹੀਂ ਗਈ? ਉੱਤੇ ਨਹੀਂ ਗਈ। ਇੱਕ ਟਾਈਮ ਦਾ? ਇੱਕ ਟਾਈਮ ਤੇ 2 ਟਾਈਮਾਂ ਦਾ 20 ਕਿਲੋ ਹੋ ਗਿਆ ਨਾ? ਹਾਂਜੀ, ਸਹੀ ਹੈ। ਤੇ ਉਹਨੂੰ ਵੀ ਇਹੀ ਵੰਡਾ ਪਾਉਂਦੇ ਨੇ? ਪੱਠਾ ਹੋਇਆ, ਵੰਡਾ ਹੋਇਆ। ਵੰਡਾ ਤਾਂ ਜਿਹੜਾ ਇਹ ਵੰਡਾ ਤਾਂ ਮਤਲਬ ਡੰਗਰ ਨੂੰ ਡਿੱਗੇ ਨੂੰ ਉਠਾ ਦਿੰਦਾ। ਅੱਛਾ, ਤੇ ਇਸ ਤੋਂ ਵੱਧ ਅਗਰ ਵੰਡਾ ਪਾਈਏ ਦੀ ਮਿਕਦਾਰ ਵਧਾ ਲਈਏ? ਵਧਾਈ ਜਾਓ ਤਾਂ ਉਹ ਡੰਗਰ ਵੀ ਵਧਾ ਜਾਸੇ। ਤੇ ਫਿਰ ਤੁਸੀਂ ਕਿਉਂ ਘੱਟ ਪਾਉਂਦੇ ਹੋ? ਹੁਣ ਸਾਡੇ ਤਾਂ ਤਿਆਰ ਹੈ ਨਾ। ਸਾਡੇ ਤਾਂ ਹੁਣ ਮੱਝਾਂ ਮਤਲਬ ਤਿਆਰ ਹੈ ਨਾ। ਗੱਭਣਾ ਨੇ ਸਾਰੀਆਂ ਦੁੱਧ ਲਾਉਂਦੀਆਂ ਪਈਆਂ। ਸਹੀ ਹੈ। ਇੱਥੇ ਤਾਂ ਨੇ ਅੱਗੇ ਵੱਡਾ ਗੱਡ ਕੀਤੀ ਗਾ ਵੀ ਇੱਕੜੇ ਬਸ ਮਾੜੀਆਂ ਨਾ ਹੋਣ। ਅੱਛਾ, ਇੱਕ ਮੱਝ ਜਿਹੜੀ ਹੈ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਕੁ ਵੰਡਾ ਪਹੁੰਚਾ ਸਕਦੀ ਹੈ? ਮੱਝ ਸਾਹਿਬ ਵੰਡਾ ਪਹੁੰਚਾ ਲੈਂਦੇ। ਪਾਈ ਜਾਈਏ ਤਾਂ ਭਾਵੇਂ 10 ਕਿਲੋ ਵੀ ਪਾ ਤਾਂ ਵੀ ਖਾ ਜਾਂਦੀ। 5 ਕਿਲੋ ਸੁਬਹ, 5 ਕਿਲੋ ਸ਼ਾਮੀ ਅਗਰ ਵੰਡਾ ਪਾਈਏ ਤਾਂ ਪਹੁੰਚਾ ਲੈਂਦੀ ਹੈ? ਪਹੁੰਚਾ ਲੈਂਦੀ। ਕਹਿੰਦੇ ਨੇ ਕਿ ਬਹੁਤਾ ਵੰਡਾ ਖਰਾਬ ਲੱਗਦਾ ਹੈ। ਨਹੀਂ, ਜਾਨਵਰ ਫਰਿਆਲ ਹੋ ਜਾਂਦਾ। ਸਿਆਣੇ ਅੱਗੇ ਸਾਡੇ ਇਲਾਕੇ ਚ ਅਗਲੇ ਜ਼ਿਲ੍ਹੇ ਮੱਝ ਹਰੀ ਹੋ ਜਾਂਦੀ ਹੈ ਨਾ ਤੇ 11 ਕਿਲੋ ਗੁੜ ਖਵਾਉਣਾ। ਅੱਛਾ, ਮੁੜ ਇਹ ਹੈ ਵੀ ਜਿਲੇ ਸੂਹ ਪੈਣਾ 2 ਕਿਲੋ ਗੁਲਕੰਦ, 2 ਕਿਲੋ ਗੁੜ। ਉਹ ਮੈਂ ਗਾਂ ਦਾ ਦੁੱਧ ਹੋਣਾ, ਜੇ ਮੈਂ ਹੈ ਤੇ ਗਾਂ ਦਾ ਦੁੱਧ ਦੇਣਾ, ਤੇ ਗਾਂ ਦਾ ਤੇ ਮੈਂ ਦੇਣਾ।
ਇਹ ਸੂਣ ਦੇ ਟਾਈਮ ਇਹ ਜਦੋਂ ਸੋ ਪਵੇ ਤਾਂ ਜਿਹੜਾ ਪਹਿਲਾ 11 ਕਿਲੋ ਗੁੜ ਦੇਣਾ ਹੈ, ਉਹ ਕਿਸ ਉਹ ਮਹੀਨੇ ਕਿਲੋ ਖਵਾਉਂਦਾ ਜਾ, ਯਾਨੀ ਹਰ ਮਹੀਨੇ ਕਿਲੋ ਹਰ ਮਹੀਨੇ ਇਕੱਠਾ ਜਾਂ ਪਾ ਕਰ ਨਾ ਇਕੱਠਾ ਭਾਵੇਂ ਖਵਾ ਲੈ ਤੇ ਭਾਵੇਂ 2 ਵਾਰੀ ਕਰਦੇ ਖਵਾ ਲੈ, ਮਹੀਨੇ 'ਚ 1 ਕਿਲੋ ਹੋਣਾ ਹੈ। ਯਾਨੀ ਇਹ ਤੁਸੀਂ ਤਿਆਰੀ ਦੱਸੀ ਹੈ ਜਾਨਵਰ ਦੀ, ਇਹ ਤੇ ਤੁਹਾਨੂੰ 11 ਕਿਲੋ ਮਹੀਨੇ ਦਾ ਹੋ ਗਿਆ, ਕਿਲੋ ਗੁੜ। ਹਾਂਜੀ 10 ਮਹੀਨੇ ਹੁੰਦੇ ਨੇ, ਚਲੋ ਕਿਸੇ ਮਹੀਨੇ 'ਚ ਕੁਝ ਜ਼ਿਆਦਾ ਦੇ ਜੜਿਆ। ਸੂਣ ਤੋਂ ਜਿਹੜਾ ਮਹੀਨਾ ਪਹਿਲਾਂ ਹੁੰਦਾ ਹੈ, ਹਾਂਜੀ, ਜਾਂ 2 ਮਹੀਨੇ ਪਹਿਲੇ, ਉਦੋਂ ਵੀ ਕੁਝ ਦਿੰਦੇ ਜੇ? ਉਦੋਂ ਬੜੇ ਇਹ ਹੁੰਦਾ ਪਿਆ ਨਿੰਬੂ ਦੇ ਲਓ, ਚੀਨੀ ਦੇ ਲਓ, ਘਿਓ ਦੇ ਲਓ, ਮਤਲਬ ਡੰਗਰ ਜਿਹੜਾ ਹੈ ਨਾ ਅੱਛਾ ਉਹ ਸਿੱਧਾ ਹੋ ਜਾਂਦਾ। ਅੱਛਾ, ਚੀਨੀ ਨਿੰਬੂ ਘਿਓ ਕਿਸ ਤਰ੍ਹਾਂ ਦੇਣਾ ਤੇ ਕਿੰਨਾ ਕਿੰਨਾ ਦੇਣਾ? ਮਤਲਬ ਉਹ 2 ਕਿਲੋ ਨਿੰਬੂ ਹੋਵੇ, 2 ਕਿਲੋ ਚੀਨੀ ਹੋਵੇ, ਉਹ ਦਿਓ ਮੈਂ ਨੂੰ। ਜਦੋਂ ਮੈਂ ਜਿਹੜੀ ਸਖਤ ਹੋ ਸੀ ਉਹ ਵੀ ਪੋਲੀ ਹੋ ਜਾਸੀ ਸੂਣ ਤੋਂ ਪਹਿਲੇ, ਸੂਮਨ ਤੋਂ ਪਹਿਲੇ। ਕਿਸ ਤਰ੍ਹਾਂ ਦੇਣਾ ਉਹਨੂੰ? ਉਹ ਪਿੰਡਿਆ ਮਤਲਬ ਪਿੰਡੀ ਬਣਾ ਤੇ ਮੂੰਹ 'ਚ ਸੱਟਿਓ। ਅੱਛਾ, ਘਿਓ ਦੀ। ਠੀਕ ਹੈ। ਇਹ ਪਿੰਨੀ ਜਿਹੜੀ ਹੈ ਉਹ ਇੱਕ ਵਾਰ 'ਚ ਨਹੀਂ ਸਾਰਾ ਦੇਣਾ? ਨਹੀਂ, ਇੱਕ ਵਾਰ ਕਿਤੇ ਦੇਣਾ। ਮਤਲਬ 2 ਕਿਲੋ ਚੀਨੀ ਹੈ ਨਾ ਤੇ 2 ਕਿਲੋ ਨਿੰਬੂ ਵਿੱਚ ਘਿਓ ਆ। ਇੱਕ ਤਾਂ ਡੰਗਰ ਸੋਮਣ ਲੱਗਾ ਜਿਹੜਾ ਨਾ ਦੇਸੀ ਹੋ ਜਾਵੇ ਜਾਂ ਦੇਸੀ ਡਾਲਡਾ ਹੋਈਏ। ਨਿੰਬੂ ਘਰਾਂ ਦਾ ਮਤਲਬ ਦੇਸੀ ਚਾਹੀਦਾ ਹੁੰਦਾ ਨਾ, ਕਿਉਂ ਡੰਗਰ ਸੋਮਣ ਲੱਗਾ, ਡੰਗਰ ਨੂੰ ਤਕਲੀਫ ਨਹੀਂ ਹੁੰਦੀ। ਨਹੀਂ ਤੇ ਨਿੰਬੂ ਕੱਟ ਕੇ ਪਾਉਂਦੇ ਨਹੀਂ ਜਾਂ ਸਾਫ਼ ਕੱਟ ਤੇ? ਉਹਨਾਂ ਨੂੰ ਗਰਮ ਤੇ ਨਹੀਂ ਕਰਨਾ ਨਾ। ਹਾਂਜੀ ਹਾਂਜੀ। ਤੇ ਇੱਕ ਵਕਤ 'ਚ 2 ਕਿਲੋ ਦਾ ਤੁਸੀਂ ਪਾ ਕਰਕੇ ਦੇਣਾ ਜਾਂ ਅੱਧਾ ਕਿਲੋ? ਅੱਧਾ ਕਿਲੋ ਕੱਟ ਦੇ ਦਿਓ। ਤੇ ਦੇਣਾ ਕਦੋਂ ਹੈ ਜਦੋਂ ਡੰਗਰ ਪਿਛਾਂ ਬਣਨੇ ਨੇ? ਜਦੋਂ ਪਿਛਾਂ ਸ਼ਾਮ ਨੂੰ ਬੰਨਣਾ ਹੈ ਨਾ ਉਹਲੇ ਦੇ ਦਿਓ। ਠੀਕ ਹੋ ਗਿਆ। ਇਹ 2 ਮਹੀਨੇ ਪਹਿਲੇ ਦਾ ਕੰਮ ਹੈ ਜਾਂ ਮਹੀਨਾ ਪਹਿਲੇ? ਮਹੀਨੇ ਦਾ ਦੇ ਲਓ, ਮਹੀਨਾ ਕਰ ਲਓ ਪੂਰਾ। ਅੱਛਾ ਚਾਚਾ ਜੀ, ਤੁਸੀਂ ਦੱਸਿਆ ਗੁੜ, ਗੁੜ ਤੇ ਗਰਮ ਲੱਗਦਾ ਡੰਗਰਾਂ ਨੂੰ? ਗੁੜ ਗਰਮ ਨਹੀਂ ਲੱਗਦਾ ਹੁੰਦਾ। ਗੁੜ ਜਿੰਨਾ ਹੈ ਨਾ ਇਹ ਬਹੁਤ ਅੱਛਾ ਹੁੰਦਾ ਹੈ। ਗਰਮੀਆਂ 'ਚ ਕਿਸ ਤਰ੍ਹਾਂ ਦਈਏ? ਸਰਦੀਆਂ 'ਚ ਸਿੱਧਾ ਦਿਹਾੜਿਆ ਨਾ? ਸਰਦੀਆਂ 'ਚ ਦੇ ਦਿੱਤੇ, ਗਰਮੀਆਂ 'ਚ ਵੀ ਕਿਲੋ ਗੁੜ ਤਾਂ ਖੁਦ ਨਹੀਂ ਆਉਂਦਾ ਹੁੰਦਾ। ਕਹਿੰਦੇ ਨੇ ਕਿ ਗਰਮੀਆਂ ਦੇ ਵਿੱਚ ਗੁੜ ਅਗਰ ਦਈਏ ਉਹ ਗਰਮ ਲੱਗਦਾ, ਫਿਰ ਉਹਨੂੰ ਅਗਰ ਭੇ ਕੇ ਦਵੋ ਉਹਨੂੰ, ਉਹਦਾ ਇੱਕ ਬਣਾ ਕੇ ਸ਼ਰਬਤ ਜਿਹਾ, ਤੇ ਫਿਰ ਤੁਹਾਡਾ ਕੀ ਖਿਆਲ ਹੈ? ਨਹੀਂ ਅਸਾਂ ਅੱਜ ਤੱਕ ਨਹੀਂ ਸ਼ਰਬਤ ਦਿੱਤਾ। ਹਾਂ ਨਾ, ਗੁੜ ਜਿੱਦਾਂ ਵੀ ਦੇਣਾ ਐਵੇਂ ਹੀ ਦੇਣਾ। ਸਰੋਂ ਦਾ ਤੇਲ ਵੀ ਨਾਲ ਦਿੰਦੇ ਹੋ? ਸਰੋਂ ਦਾ ਤੇਲ ਤਾਂ ਚੰਗਾ ਹੈ। ਉਹ ਕਿਹੜੇ ਟਾਈਮ ਦੇਣਾ? ਉਹ ਮਤਲਬ ਸ਼ਾਮ ਦੇ ਸ਼ਾਮ ਭਾਵੇਂ ਦੇ ਤੇ ਭਾਵੇਂ ਸੁਬਹ ਦੇ। ਕਿੰਨਾ ਕਰ? ਉਹ ਤਾਂ ਭਾਵੇਂ 2 ਕਿਲੋ ਦੇ, 4 ਕਿਲੋ ਖਵਾ ਪੀ ਦੇ। ਟੋਟਲ ਨਾ ਇੱਕ ਵਕਤ? ਟੋਟਲ ਮਤਲਬ ਇੱਕ ਵਕਤ 'ਚ ਕਿੰਨਾ? ਇੱਕ ਵਕਤ ਪਾ ਜਾਂ ਅੱਧਾ ਕਿਲੋ ਹੋਵੇ ਦੇ ਦਿਓ। ਅੱਜ ਤੂੰ ਅੱਧਾ ਕਿਲੋ ਦਿੱਤਾ ਹੈ, ਵੇਲੇ ਜਿਹੜੀ ਛੱਡ ਤੱਕ ਵੇਲੇ ਮੁੜ ਦੇ ਦੇ। ਉਹਦੇ ਪਤਾ ਹੈ ਕਿ ਅੱਧਾ ਕਿਲੋ ਦੇ ਵਿੱਚ ਦਹੀਂ ਜਾਂ ਲੱਸੀ ਹੋਣੀ। ਅੱਛਾ, ਉਹਦੇ ਨਾਲ ਤੇਲ ਦੇਣਾ। ਉਹਦਾ ਕੀ ਫਾਇਦਾ ਦਹੀਂ ਲੱਸੀ ਦਾ? ਉਹ ਫਾਇਦਾ ਇਹ ਹੁੰਦਾ ਵੀ ਡੰਗਰ ਜਿਹੜਾ ਹੈ ਨਾ ਅੰਦੂ ਜਿਹੜਾ ਹੁੰਦਾ ਹੈ ਨਾ, ਉਹ ਜਿਹੜੀ ਹੁੰਦੀ ਹੈ ਨਾ ਖੁਸ਼ਕੀ, ਇਹ ਨਹੀਂ ਹੁੰਦੀ। ਆਂਦੇ ਨੇ ਦਹੀਂ ਲੱਸੀ ਪਾ ਕੇ ਦਈਏ ਤੇਲ, ਤੇ ਉਹ ਦੁਪਹਿਰੀ ਦੇਣਾ ਚਾਹੀਦਾ? ਨਹੀਂ, ਹਾਂ ਰਾਤੀ ਜਾਂ ਸੁਬਾਹ ਦੇ ਲੈ ਜਾਂ ਸ਼ਾਮੀ ਦੇ। ਠੀਕ। ਜਿਹੜਾ ਘਿਓ ਹੁੰਦਾ ਇਹ ਮਤਲਬ ਇਹ ਵੀ ਡੰਗਰ ਸੋਮਣ ਲੱਗਾ ਕੋਈ ਤਕਲੀਫ ਨਹੀਂ ਹੁੰਦੀ। ਠੀਕ ਹੈ। ਇਹ ਜਿਹੜਾ ਤੁਹਾਨੂੰ ਦੱਸਿਆ ਨੁਸਖਾ, ਇਹ ਮੱਝਾਂ ਵਾਸਤੇ ਵੀ ਹੈ ਤੇ ਗਾਵਾਂ ਵਾਸਤੇ ਵੀ? ਠੀਕ ਹੋ ਗਿਆ। ਗਾਵਾਂ ਦਾ ਦੁੱਧ ਹੋ ਜਾਵੇ ਨਾ 21 ਦੇ, ਜਿਲੇ ਵੇਖੋ ਵੀ ਉਹਨੇ ਕੀ ਹੋ ਗਿਆ, ਉਹਲੇ ਨੂੰ ਗਾਂ ਨੂੰ ਦੁੱਧ, ਗਾਂ ਸੂਈ ਹੋਵੇ, 2 ਕਿਲੋ ਦਹੀਂ ਹੋਵੇ ਤੇ 2 ਕਿਲੋ 3 ਸਾਲਾਂ ਜਾਂ 2 ਸਾਲਾਂ ਗੁੜ ਹੋਵੇ। ਅੱਛਾ। ਪਾ ਗੁੜ ਦਾ ਹੋਵੇ, ਪਾ ਦਹੀਂ ਦਾ ਹੋਵੇ ਤੇ ਪਾ ਦੁੱਧ ਦਾ ਹੋਵੇ। ਉਹਨੂੰ ਗਰਮ ਕਰਕੇ ਕਾੜਾ ਬਣਾ ਕੇ ਉਹ ਗਾਂ ਦੇ ਦਿਓ। ਜੇ ਮੈਂ ਹੈ ਤਾਂ ਗਾਂ ਦੇ ਦੁੱਧ ਦੇ ਦਿਓ। ਉਹ 2 ਕਿਲੋ ਮੈਂ ਅੰਦਰੋਂ ਅਹੀਂ ਹੋ ਜਾਸੇ ਵੀ ਜਿਵੇਂ ਮਤਲਬ ਭਾਂਡਾ ਪੂਰੀ ਨਹੀਂ ਕੁੱਛਦੀ, ਇਵੇਂ ਅੰਦਰ ਸਾਫ਼ ਹੋ ਜਾਏ। 21 ਤੋਂ ਬਾਅਦ ਹੈ ਸੌਣ ਤੋਂ 21 ਤੋਂ ਬਾਅਦ ਜ਼ਿੰਦਾਬਾਦ। ਤੇ ਸਰਦੀਆਂ 'ਚ ਗੁੜ ਇਹ ਹੁੰਦਾ ਹੈ ਵੀ ਗਰਮ ਹੁੰਦਾ ਹੈ ਵੀ ਡੰਗਰ ਜਿਹੜਾ ਸਰਦੀ ਪੋਹ ਮਾਂ ਕੇ ਡੰਗਰ ਜਿਹੜਾ ਉਹ ਗਰਮ ਰਹਿੰਦਾ। ਚਲੋ ਇਹ ਤੇ ਹੋ ਗਿਆ ਨਾ ਕਿ ਸੌਣ ਤੋਂ ਪਹਿਲੇ। ਹਾਂਜੀ। ਹੁਣ ਜਾਨਵਰ ਜਿਹੜਾ ਵੇ ਸੂਪ ਹੈ, ਹਾਂਜੀ, ਉਹਨੂੰ ਕਿਹੜੀ ਚੀਜ਼ ਦੇਣੀ ਚਾਹੀਦੀ ਹੈ? ਉਹ ਤੁਹਾਨੂੰ ਦੱਸਿਆ ਹੈ ਨਾ ਵੀ ਉਹ ਸੂਪ ਹੈ ਨਾ। ਪਹਿਲੇ ਉਹਨੂੰ ਮੈਂ ਮੱਝ ਹੈ ਤਾਂ ਉਹਨੂੰ 2 ਦਿਨ ਦਾ ਦੁੱਧ ਚੋ ਦੇ ਨਾ, ਉਹਨੂੰ ਦਿਓ। ਅੱਛਾ। ਵਿੱਚ ਗੁੜ ਪਾ ਤੇ। ਠੀਕ ਹੈ। ਉਹਦਾ ਆਪਣੇ ਆਪ ਦਾ। ਠੀਕ ਹੈ। ਮੋੜ ਤੋਂ ਕਣਕ ਲੈ ਲਓ, ਉਹਦੇ ਘੁਗਣੀਆਂ ਬਣਾ ਤੇ ਵਿੱਚ ਸ਼ੱਕਰ ਗੁੜ ਪਾ ਤੇ ਕੀ ਬਣਾ ਕੇ ਸਰ ਮਤਲਬ ਗਰਮ ਕਰਦੇ ਨਾ ਕਣਕ। ਹਾਂ, ਘੁੰਗੜੀਆਂ ਨੂੰ ਕਹਿੰਦੇ ਨੇ। ਘੁੰਗੜੀਆਂ। ਅੱਛਾ। ਉਹਦੇ ਵਿੱਚ ਗੁੜ ਪਾਇਆ ਹੋਵੇ, ਉਹ ਡੰਗਰ ਅੱਗੇ ਰੱਖੋ, ਉਹਨੂੰ ਖਵਾਓ। ਅੱਛਾ। ਕੁਝ ਲੋਕ ਕਹਿੰਦੇ ਨੇ ਕਿ ਜਾਨਵਰ ਜਦੋਂ ਸੂਪ ਪੈਂਦੀ ਹੈ ਮੱਝ ਜਾਂ ਗਾਂ ਤੇ ਉਹਨੂੰ ਕੁਝ ਨਹੀਂ ਦੇਣਾ ਚਾਹੀਦਾ, ਸਖਤ ਚੀਜ਼ ਨਹੀਂ ਉਹਨੂੰ ਦੇਣੀ ਚਾਹੀਦੀ। ਉਹ ਕਿਹੜਾ ਬੰਦਾ ਆਉਂਦਾ? ਉਹ ਆਂਦੇ ਨੇ ਕਿ ਜਿਸਮ ਭੋਲਾ ਹੋ ਗਿਆ ਹੁੰਦਾ, ਜਿਸਮ ਕਮਜ਼ੋਰ ਹੋ ਗਿਆ ਹੁੰਦਾ, ਅਗਰ ਉਹਨੂੰ ਸਖਤ ਚੀਜ਼ ਦੇਵੋਗੇ ਤਾਂ ਬਸ ਨੁਕਸਾਨ। ਜਿਹੜਾ ਦੁੱਧ ਦੇਣਾ ਜਾਂ ਘੁਗਣੀ ਦੇਣੀ ਜਾਂ ਗੁੜ ਦੇਣਾ, ਇਹ ਮੈਂ ਇਹ ਹੁੰਦਾ ਵੀ ਉਹ ਮੈਂ ਗੰਦ ਮੈਂ ਸੱਟ ਦਿੰਦੀ। ਠੀਕ ਹੈ।
ਜਿਹੜੀ ਮੈਂ ਗੰਦ ਮੈਂ ਨਾ ਸੜਸਿਓ ਮੈਂ ਦੁੱਧ ਕਦੇ ਵੀ ਨਾ ਦੇਸੀ ਭਾਵੇਂ ਜਿੱਡੀ ਵੀ ਚੰਗੀ ਹੋਏ। ਇਹ ਜਿਹੜੀਆਂ ਤੁਸੀਂ ਚੀਜ਼ਾਂ ਦੱਸੀਆਂ ਨੇ ਇਹ ਪਹਿਲਣ ਮੱਝ ਵਾਸਤੇ ਗਾਈ ਵਾਸਤੇ ਵੀ ਇੰਜ ਨੇ ਤੇ ਭਾਵੇਂ 600 ਹੈ ਫਿਰ ਵੀ ਇੰਜ ਨੇ। ਇੰਜ ਨੇ। ਠੀਕ ਹੈ, ਇਹਦਾ ਨੁਕਸਾਨ ਕੋਈ ਨਹੀਂ ਨਾ। ਜਿਹੜੀ ਆ ਗੁਲਕੰਦ ਹੈ ਨਾ ਜੀ ਤੇ ਗੁੜ ਤੇ ਦੁੱਧ ਜੇ ਮੈਂ ਤੇ ਗਾਂ ਦਾ ਹੋਵੇ ਤੇ ਗਾਂ ਦਾ ਤੇ ਮੈਂ ਦਾ ਹੋਵੇ ਇਹ ਕਰਦੇ ਸੀ ਨਾ ਮਤਲਬ ਅੰਦੂ ਡੰਗਰ ਨੂੰ ਕੁਛ ਦਿੰਦੇ। ਸਹੀ ਹੋ ਗਿਆ। ਅੱਛਾ ਤੁਸੀਂ ਬੜੇ ਸਿਆਣੇ ਬੰਦੇ ਮਾਲੂਮ ਹੋ ਰਹੇ ਹੋ। ਚੰਗੇ ਜਾਨਵਰ ਦੀਆਂ ਮੋਟੀਆਂ ਮੋਟੀਆਂ ਚੰਗੀਆਂ ਨਿਸ਼ਾਨੀਆਂ ਦੱਸੋ ਕਿ ਵੇਖ ਕੇ ਜਾਨਵਰ ਸਹੀ ਪਤਾ ਚੱਲਦਾ ਹੈ। ਉਹ ਮੱਝ ਪਿਛਾਂ ਹਵਾਨਾ ਹੁੰਦਾ ਸੋ ਨਾ ਲੱਗਾ ਸੀ। ਅੱਛਾ ਅੱਗੇ ਸਮ ਠੀਕ ਹੈ। ਅੱਗੇ ਹਵਾਨਾ ਨਹੀਂ ਹੋਣਾ ਪਿੱਛੇ ਨੂੰ ਹੋਣਾ। ਇੱਥੇ ਹੁੰਦੇ ਮਤਲਬ ਥਾਣ ਸੰਗੇਠ ਦੇ ਵੇਲੇ। ਠੀਕ ਹੈ। ਅਗਲੇ ਥਾਂ ਛੋਟੇ ਹੋ ਸਨ ਅਗਲੇ ਵੱਡੇ ਹੋ ਸਨ। ਉਹ ਮੱਝ ਸਿੰਘੋ ਕਿਸੇ ਤੋਂ ਗੁੱਡੇ ਵੀ ਹੁੰਦੇ ਨੇ ਕਿਸੇ ਮਤਲਬ ਪਿਛਾਂ ਵੀ ਹਟ ਜਾਂਦੇ ਨੇ ਕਿਸੇ ਉੱਤਾਂ ਵੀ ਹੁੰਦੇ। ਉਹ ਸਿੰਘਾਂ ਦੇ ਤਾਂ ਕੋਈ ਹਿਸਾਬ ਧੁਨੀ ਕੋਲੀ ਨਹੀਂ। ਧੁਨੀ ਛੋਟੀਆਂ ਹੁੰਦੀਆਂ ਨੇ ਤੇ ਜਿਹੜਾ ਉਹਦਾ ਲਾ ਕੇ ਉਹ ਬੈਠਵਾ ਹੁੰਦਾ ਕਿ ਪੱਧਰਾ ਹੁੰਦਾ? ਹਾਂ ਪੂਰਾ ਇੱਥੇ ਪੱਧਰਾ। ਅੱਛਾ ਚਾਚੂ ਜੀ ਅਗਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੇ ਫੋਨ ਨੰਬਰ ਹੈ ਤੁਹਾਡਾ? ਫੋਨ ਨੰਬਰ ਲੈ ਲਓ। ਨੰਬਰ ਜ਼ਬਾਨੀ ਨਹੀਂ ਯਾਦ? ਨਹੀਂ ਜ਼ਬਾਨੀ ਨਹੀਂ ਯਾਦ। ਹੋਰ ਨਾ ਸੁੱਟੇ ਤੇ ਡੰਗਰ ਜੋ ਨਾ ਸੁੱਟੇ ਬੰਦਾ ਅੱਲਾ ਤੱਕ ਨੌਬਤ ਆਉਂਦੀ ਨਹੀਂ। ਅੱਛਾ ਜੇ ਆਈ ਹੈ ਤਾਂ ਮੁੰਡੇ ਨੂੰ ਇਹ ਹੈ ਵੀ ਥੋੜਾ ਜਿਹਾ ਉਹਦਾ ਜਿਹੜਾ ਦੁੱਧ ਹੈ ਨਾ ਪਹਿਲਾ ਦੁੱਧ ਹੈ ਉਹ ਉਹਨੂੰ ਗਰਮ ਕਰਤੇ ਨਾ ਤੇ ਉਹ ਦੇ ਦਿਓ। ਕਿੰਨਾ ਕੁ ਗਰਮ ਕਰੀ? ਕੋਸਾ ਕੋਈ ਪਾ ਹੋਵੇ ਜਾਂ ਅੱਧਾ ਕਿਲੋ ਹੋਵੇ। ਉਹ ਤਾਂ ਬੋਲੀ ਨਹੀਂ ਹੁੰਦੀ ਪਹਿਲਾਂ ਦੁੱਧ? ਪਹਿਲਾਂ ਤੇ ਬੋਲਾ ਹੀ ਹੁੰਦਾ ਕਿ ਉਹ ਗਰਮ ਹੁੰਦਾ ਉਹੀ ਦੇਣਾ ਉਹਨੂੰ? ਉਹੀ ਦੇਣਾ ਹੁੰਦਾ। ਕਿੰਨਾ ਕੁ? ਅੱਧਾ ਕਿਲੋ ਹੋ ਜਾਵੇ ਪਾ ਹੋ ਜਾਵੇ ਕਿਉਂ ਉਹ ਗਰਮ ਨਾਲ ਤਾਂ ਉਹ ਲਿਖਣਾ ਹੈ। ਥਣ ਜਿਹੜਾ ਵੇ ਅਗਰ ਖਰਾਬ ਹੋਈਏ ਤਾਂ ਉਹਦਾ ਕੀ ਇਲਾਜ? ਥਣ ਜੇ ਖਰਾਬ ਹੋ ਜਾਵੇ ਉਹਨੂੰ ਥੋਮ ਦਿਓ। ਹੋਰ ਵਿੱਚ ਕੀ ਪਾਈਏ ਥੋਮ ਦੇ? ਹੋਰ ਤਾਂ ਸਰ ਅੱਜ ਤੱਕ ਕੁਝ ਨਹੀਂ ਪਾਇਆ ਪਰ ਥੋਮ ਹੁੰਦਾ ਵੀ ਉਹ ਕੋਟਤੇ ਤੋਂ ਮੈਂ ਗਾਂ ਦੇ ਮੂੰਹ ਚ ਦਿਓ ਤਾਂ ਕਿੰਨਾ ਕੁ ਹੋਏ ਤੇ ਕਿਸ ਤਰ੍ਹਾਂ ਕੋ ਦਈਏ ਉਹਨੂੰ? ਉਹ ਕੋਈ ਪਾ ਹੋਵੇ ਹੁਣੇ ਤਾਂ ਨਹੀਂ ਕੋਈ ਮੰਨਤਾ ਨਹੀਂ ਦੇਣਾ ਪਾ ਜਾਂ ਅੱਧ ਪਾ ਹੋਵੇ। ਠੀਕ ਹੈ। ਇੱਕ ਤੇ ਦਿੱਤਾ ਹੈ ਨਾ ਦੂਏ ਤੇ ਮੁੜ ਚ ਦਿਓ ਕੋਟਤੇ। ਠੀਕ ਹੈ। ਜਾਂ ਇੱਕ ਦੇ ਵਿੱਚ ਥਣ ਤੇ ਦੂਏ ਤੇ ਦਿਓ ਉਹ ਪਤਾ ਲੱਗ ਜਾ ਸੀ ਤੁਹਾਨੂੰ ਦੋ ਦੇ ਦਿੱਤਾ ਵੀ ਥਣ ਸਹੀ ਹੁੰਦਾ ਹੈ ਕਿ ਨਹੀਂ ਹੁੰਦਾ। ਤੇ ਗੱਬਣ ਮੈਂ ਦੀ ਕੀ ਪਛਾਣ ਹੁੰਦੀ ਹੈ? ਜਿਹੜੀ ਮੱਝ ਜਿਹੜੀ ਵੀ ਹੈ ਪਤਾ ਚੱਲ ਜੇ ਗਾਈ ਪਤਾ ਚੱਲ ਜੇ ਕਿ ਗੱਬਣ ਹੋ ਗਈ ਹੈ ਉਹ ਕਿਸ ਤਰ੍ਹਾਂ ਪਛਾਣੀ ਦੀ ਹੈ? ਉਹ ਪਛਾਣੀ ਐਵੇਂ ਜਾਂਦੀ ਹੈ ਵੀ ਜੇ ਉਹ ਮੱਝ ਇੱਕ ਵਿਹਲੀ ਹੈ ਇੱਕ ਜਿਹੜੀ ਮੱਝ ਗੱਬਣ ਸੀ ਨਾ ਉਹ ਜਿਲੇ ਬੱਸ ਸੀ ਨਾ ਉਹ ਸਾਹ ਲੰਮਾ ਲੱਸੀ ਸਾਹ ਲੈ ਕੇ ਦੱਸਿਆ ਭਲਾ ਐਂ ਕਸੀ ਜਿਹੜੀ ਗੱਬਣ ਹੈ ਜਿਹੜੀ ਵਿਹਲੀ ਉਹ ਸਾਹ ਨਹੀਂ ਲੈਣਾ ਐਂ ਚ ਕਸੀ। ਇਹ ਕਿੰਨੇ ਮਹੀਨਿਆਂ ਬਾਅਦ ਦੀ ਗੱਲ ਹੈ? ਇਹ ਜੀ 3 ਮਹੀਨਿਆਂ ਦੇ ਪਿੱਛੇ ਉਹ ਵੱਡੇ ਥਾਲੇ ਦੀ। ਹਾਂ ਠੀਕ ਹੈ। ਜਿਹੜੀ ਮੈਂ ਸਾਡੂ ਪੈ ਉਹਨੂੰ 2 ਕਿਲੋ ਦਹੀਂ 2 ਕਿਲੋ ਗੁੜ 7 ਨਿੰਬੂਆਂ ਦਾ ਉਹ ਦਿਓ। ਇੱਕ ਤੇ ਦਿਓ ਤੇ ਦੂਏ ਸਹੀ। ਅੱਛਾ ਦਹੀਂ ਗੁੜ ਦੇ ਲਵਾ। ਅੱਛਾ ਨਾਲ ਚ ਦਹੀਂ ਪਾ ਲਵਾ ਉੱਤੇ ਮੂੰਹ ਦੇ 7 ਨਿੰਬੂਆਂ ਦਾ ਰੱਖਣਾ ਉਹ ਮੈਂ ਮੂੰਹ ਦੇ ਵਿੱਚ ਸੱਟੋ। ਅੱਛਾ ਅੱਲਾ ਹੁਕਮ ਨਾਲ ਦੂਏ ਦੇ ਦੁੱਧ ਪੂਰਾ। ਨਿੰਬੂਆਂ ਦਾ 7 ਰੱਖਣੇ ਜਾਂ ਨਿੰਬੂ ਰੱਖਣੇ ਨੇ? ਨਿੰਬੂਆਂ ਦਾ 7 ਅੱਧਾ ਕਿਲੋ ਹੋਵੇ ਪਾ ਹੋਵੇ। ਅੱਛਾ ਯਾਨੀ ਰਸ ਤਾਂ ਇੰਨੀ ਮਿਕਦਾਰ ਹੋਣੀ ਚਾਹੀਦੀ। ਹਾਂਜੀ ਉਹ ਇਹਦੇ ਟਿੱਕੀਆਂ ਹੁੰਦੀਆਂ ਨੇ 2 ਟਿੱਕੀਆਂ ਉੱਤੇ ਰੱਖ ਦਿੱਤੇ ਦਹੀਂ ਭਰੀ ਗਈ ਨਾ। ਨਹੀਂ ਉਹ ਟਿੱਕੀਆਂ ਮਿਲਦੀਆਂ ਨੇ ਰਸ ਦੀਆਂ? ਹਾਂ ਉਹ ਟਿੱਕੀਆਂ ਹੁੰਦੀਆਂ। ਕਿੱਥੋਂ ਮਿਲਦੀਆਂ ਨੇ? ਉਹ ਸਾਰੇ ਕੋ ਆਮ ਮਿਲ ਜਾਂਦੇ। ਅੱਛਾ ਨਿੰਬੂਆਂ ਦਾ 7 ਉਹ ਪੰਸਾਰੀ ਕੋ ਮਿਲੇਗਾ। ਮੈਂ ਸਮਝਿਆ ਨਿੰਬੂ ਨੂੰ ਚੋੜ ਕੇ। ਨਹੀਂ ਨਿੰਬੂਆਂ ਦਾ 7 ਹੁੰਦਾ ਹੈ। ਅੱਛਾ ਠੀਕ ਹੈ। ਇਹ ਉਹਦੇ ਨਾਲ ਫਿਰ ਤਿੰਨੇ ਇਲਾਜ ਹੋ ਜਾਣਗੇ ਯਾਨੀ ਜਿਹੜਾ ਛੜਨ ਹੈ ਉਹਦੇ ਬਾਅਦ ਜਿਹੜੀ ਸਾੜੂ ਹੈ ਜਾਂ ਫਿਰ ਚੰਦਰੀ ਹੈ ਇਹ ਤਿੰਨੇ ਕਲੀਅਰ ਹੋ ਜਾਣਗੇ? ਕਲੀਅਰ ਹੋ ਜਾਣਗੇ। ਠੀਕ ਹੈ। ਤੇ ਇਹ ਅੱਜ ਹੁਣ ਤੂੰ ਚੋਈ ਹੈ ਨਾ ਵੇਲੇ ਤੂੰ ਜੋ ਮੈਂ ਡੰਗਰ ਤੇ ਦੁੱਧ ਘਟਾ ਗਿਆ ਹੈ ਅੱਜ ਤੂੰ 2 ਕਿਲੋ ਚੋਇਆ ਵੇਲੇ ਤੂੰ 1.5 ਕਿਲੋ ਚੋਣਾ ਹੈ ਉਹ ਮੈਂ ਸਾੜੂ ਪੈ ਜਾਂਦਾ। ਠੀਕ ਹੈ। ਉਹਦੇ ਚੋਂ ਦਿਓ ਦਹੀਂ ਗੁੜ 7 ਨਿੰਬੂਆਂ ਦਾ ਦੂਏ ਤੇ ਦੁੱਧ ਵੀ ਪੂਰਾ। ਚਾਚਾ ਬਹੁਤ ਸ਼ੁਕਰੀਆ। अस्सलाम वालेकुम।